बिस्मिल्लाहिर्रहमानिर्रहीम अस्सलाम वालेकुम। तो जी नाज़रीन, अज मैं गंदम की फसल दे विच मौजूद हाँ तो कुछ गल्लां सुन के बड़ा अफसोस होया वा कि जदों कोई भी मैन्युफैक्चरिंग कंपनी आ, एक मैं मिसाल देना कि फर्टिलाइजर कंपनी आ, वो एक रेट तय करदी है, गौरमेंट उन्होंने सबसिडी भी दिंदी है कि तुसीं इन्ने अरब दी असीं तुहानूं सबसिडी दिन्ने आ। मैं एक मिसाल देना कि चल यूरिया ते ही आपां गल कर लैन्ने आ कि यूरिया तुहानूं 3200 रुपए कंट्रोल रेट ते मिलेगी। उस 3200 रुपए दे विच दुकानदार दा मुनाफा सेल्स अफीसर जिहड़े आ ਉਹ ਸਾਰਿਆਂ ਦਾ ਟਾਰਗੇਟ ਰੱਖਿਆ ਜਾਂਦਾ ਵਾ, ਉਹਨਾਂ ਦਾ ਕਮਿਸ਼ਨ ਰੱਖਿਆ ਜਾਂਦਾ ਕਿ ਤੁਸੀਂ ਇੰਨੀ ਬੋਰੀ 'ਚ ਇੰਨੇ ਪੈਸੇ ਲੈਣੇ, ਔਰ ਬਕਾਇਦਾ ਬੋਰੀ ਦੇ ਉੱਤੇ ਉਹ ਸਟੈਂਪ ਵੀ ਲੱਗੀ ਹੁੰਦੀ ਆ, ਰੇਟ ਵੀ ਤੈਅ ਹੁੰਦਾ ਵਾ। ਤੇ ਕਦੇ ਸਾਨੂੰ ਕੰਟਰੋਲ ਰੇਟ ਤੇ ਅੱਜ ਤੱਕ ਵੀ ਪੈਸਟੀਸਾਈਡ ਦੀ ਚੀਜ਼ ਜਾਂ ਫਰਟੀਲਾਈਜ਼ਰ ਦੀ ਖਾਦ ਸਾਨੂੰ ਨਹੀਂ ਮਿਲੀ। ਧੱਕੇ ਠੇਡੇ ਖਾਣੇ ਪੈਂਦੀ ਅਗਰ ਕਿਸੇ ਨੂੰ ਕਿਸੇ ਜ਼ਰੀਏ ਦੇ ਨਾਲ ਜ਼ਰਾਏ ਦੇ ਨਾਲ ਮਿਲ ਵੀ ਜਾਂਦੀ ਆ ਤੇ ਕੋਈ ਇੱਕਾ ਦੁੱਕਾ ਕਿਸਾਨ ਹੋਊਗਾ ਜਿਹਦਾ ਕੋਈ ਹੱਥ ਪੈਂਦਾ ਹੋਊਗਾ, ਉਹ ਲੈ ਲੈਂਦਾ ਹੋਵੇਗਾ। ਤੇ ਮੈਜੋਰਟੀ ਜਿਹੜੀ ਆ ਉਹ ਇਸ ਸਹੂਲਤ ਤੋਂ ਬਿਲਕੁਲ ਮੁਸਤਫੀਦ ਨਹੀਂ ਹੁੰਦੀ, ਉਹਨਾਂ ਨੂੰ ਕੋਈ ਨਹੀਂ ਮਿਲਦੀ। ਉਹਨਾਂ ਨੂੰ 4500 5000 5200 6200 ਰੁਪਏ ਤੱਕ ਇਹ ਯੂਰੀਆ ਮਿਲਿਆ। ਤੇ ਮੇਰੀ ਗੱਲ ਦਾ ਮਕਸਦ ਹੈ ਕਿ ਸਾਡੀ ਗੰਦਮ ਦੀ ਫਸਲ ਪੱਕ ਕੇ ਤਿਆਰ ਹੋ ਗਈ ਆ ਤੇ ਰੇਟ ਸਾਨੂੰ ਜਿਹੜਾ ਰਿਆਸਤ ਨੇ ਦਿੱਤਾ ਵਾ ਉਹ 3900 ਰੁਪਈਆ ਵਾ। ਹੁਣ ਅਗਲੀ ਗੱਲ ਇਹ ਸ਼ੁਰੂ ਹੁੰਦੀ ਆ ਕਿ 3900 ਰੁਪਈਆ ਸਾਨੂੰ ਮਿਲੇਗਾ ਕਿ ਨਹੀਂ। ਅੱਲਾ ਦੇ ਬੰਦਿਓ, 3900 ਰੁਪਈਆ ਸਾਨੂੰ ਤਾਂ ਹੀ ਮਿਲੇਗਾ ਅਗਰ ਅਸੀਂ ਸਬਰ ਕਰਾਂਗੇ, ਆਪਦੀਆਂ ਸਫਾਂ 'ਚ ਇਤਿਹਾਦ ਪੈਦਾ ਕਰਾਂਗੇ, ਆਪਦੇ ਅੰਦਰ ਯੂਨਿਟੀ ਪੈਦਾ ਕਰਾਂਗੇ। ਹੁਣ ਚੰਦ ਇੱਕ ਬੰਦੇ ਉਹਨਾਂ ਨੇ ਗੰਦਮ ਗਹਾਈ ਕੀਤੀ ਤੇ ਜਿਹੜੇ ਮਾਫੀਆ ਵਾ ਗੰਦਮ ਖਰੀਦਣ ਵਾਲੇ ਆ, ਆੜਤੀ ਆ ਜਾਂ ਦੂਸਰੇ ਕੋਈ ਵੀ ਲੋਕ ਆ, ਸਟਾਕੀਏ ਆ, ਉਹਨਾਂ ਨੇ ਇਹ ਬਹਾਨਾ ਬਣਾਇਆ, ਲੋ ਜੀ ਗੰਦਮ ਨੂੰ ਤਾਂ ਕੋਈ ਪੁੱਛਦਾ ਹੀ ਨਹੀਂਗਾ, ਗੰਦਮ ਦਾ ਤਾਂ ਰੇਟ ਹੀ ਹੈ ਨਹੀਂ, ਗੰਦਮ ਤਾਂ ਬਾਹਰੋਂ ਹੀ ਬਹੁਤ ਆ ਗਈ ਹੈ। ਉਹ 3100 ਰੁਪਈਏ ਦੇ ਵਿੱਚ ਉਹਨਾਂ ਦੀ ਗੰਦਮ ਖਰੀਦ ਲਈ ਔਰ ਉਹ ਵੇਚਣ 'ਤੇ ਮਜਬੂਰ ਹੋ ਗਿਆ। ਉਹਨਾਂ ਦੀਆਂ ਕਾਫੀ ਸਾਰੀਆਂ ਮਜਬੂਰੀਆਂ ਵਾ ਅੰਦਰੋਨੇ ਖਾਨਾ। ਤੇ ਮੇਰੀ ਗੱਲ ਦਾ ਮਕਸਦ ਇਹ ਆ ਕਿ ਜਦੋਂ ਸਾਰੀ ਦੁਨੀਆ, ਜਿਤਨੇ ਵੀ ਤਬਕੇ ਆਪਣੇ ਅੰਦਰ ਇਤਿਹਾਦ ਪੈਦਾ ਕਰ ਸਕਦੇ ਆ, ਤੇ ਕੀ ਖਿਆਲ ਆ ਕਿਸਾਨ ਆਪਦੀ ਯੂਨਿਟੀ ਨਹੀਂ ਬਣਾ ਸਕਦਾ। ਮਹਿੰਗੀਆਂ ਖਾਦਾਂ, ਮਹਿੰਗੇ ਬਿਜਲੀਆਂ ਦੇ ਬਿੱਲ, ਮਹਿੰਗੇ ਡੀਜ਼ਲ, ਹੱਤਾ ਕਿ ਬਹੁਤ ਸਾਰੇ ਫਾਰਮਰ ਮੈਜੋਰਟੀ ਐਸੀ ਆ ਕਿ ਜਿਨ੍ਹਾਂ ਨੇ ਜ਼ਰੀ ਬੈਂਕਾਂ ਦੇ ਵਿੱਚੋਂ ਲੋਨ ਲੈ ਕੇ ਖਾਦ ਬੀਜ ਔਰ ਇਸ ਨੂੰ ਜ਼ਮੀਨ ਨੂੰ ਤਿਆਰ ਕਰਕੇ ਫਸਲ ਬੀਜੀ ਹੈ। ਤੇ ਹੁਣ ਇਹਦੀ ਕਟਾਈ ਗਹਾਈ ਦਾ ਸੀਜ਼ਨ ਆ ਗਿਆ ਤੇ ਹੁਣ ਇਹਨੂੰ ਬਿਲਕੁਲ ਐਵੇਂ ਨਾ ਸਿੱਟੋ 3000 2900 ਚ 3200 ਚ। ਇਦੋਂ ਬਾਅਦ ਇਨਸ਼ਾਅੱਲਾ ਤਾਲਾ 20 ਅਪ੍ਰੈਲ ਨੂੰ ਇਹ ਸੈਂਟਰ ਜਿਹੜੇ ਖੁੱਲ੍ਹ ਰਹੇ ਆ ਔਰ ਮਹਿਕਮਾ ਖੁਰਾਕ ਜਿਹੜਾ ਉਸਨੇ ਆਪਣਾ ਹਦਫ ਪੂਰਾ ਕਰਨਾ ਵਾ। ਤੇ ਰਿਆਸਤ ਕਦੇ ਵੀ ਆਪਣੇ ਬੱਚਿਆਂ ਨੂੰ ਭੁੱਖਾ ਨਹੀਂ ਮਾਰਦੀ ਔਰ ਕਦੇ ਵੀ ਮਾਂ ਜਿਹੜੀ ਆ ਉਹ ਆਪਦੀ ਔਲਾਦ ਨਾਲ ਸੁਤੇਲਿਆਂ ਜੈਸਾ ਸਲੂਕ ਨਹੀਂ ਕਰਦੀ। ਤੇ ਰਿਆਸਤ ਇੱਕ ਮਾਂ ਹੁੰਦੀ ਆ। ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਆਪਦੀ ਗੰਦਮ ਸੋਨੇ ਵਰਗੀ ਤੁਹਾਡੀ ਫਸਲ ਆ, ਉਸ ਨੂੰ ਐਵੇਂ ਨਾ ਗਵਾਓ, ਇੰਤਜ਼ਾਰ ਕਰੋ, ਵੇਟ ਕਰੋ। ਅਗਰ ਕਿਸੇ ਨੇ ਕੱਢ ਲਿਆ ਤੇ ਉਹ ਬਿਲਕੁਲ ਆਪਦੇ ਉਹਨੂੰ ਸਟੋਰ ਕਰ ਲਵੇ ਔਰ ਇੰਤਜ਼ਾਰ ਕਰੇ। ਇਹੀ ਗੰਦਮ ਜਿਹੜੀ ਆ ਤੁਹਾਡੀ 5000 4500 ਨੂੰ ਜਾਏਗੀ ਅਗਰ ਤੁਸੀਂ 1 ਮਹੀਨਾ 20 ਦਿਨ ਇੰਤਜ਼ਾਰ ਕਰ ਲਓਗੇ। ਤੇ ਇਹ ਦਿਨ ਜਿਹੜੇ ਔਖੇ ਸੌਖੇ ਲੰਘ ਹੀ ਜਾਂਦੇ ਆ ਤੇ ਫਸਲ ਜਿਹੜੀ ਇਹ ਦੁਬਾਰਾ ਸਾਲ ਬਾਅਦ ਇਹ ਆਉਣੀ ਆ। ਤੇ ਵੇਖ ਲਓ ਕਿੰਨੇ ਜਾਨ ਜੋਖਾਂ ਦੇ ਨਾਲ ਅਸੀਂ ਇਹ ਫਸਲ ਪਾ ਲਈ ਹੈ। ਤੇ ਅੱਜ ਮੇਰੀ ਗੱਲ ਦਾ ਸਿਆਕੋ ਸਬਾਕ ਇਹ ਆ ਕਿ ਇੱਕ ਤਾਂ ਜਲਦੀ ਨਾ ਕਰੋ, ਦੂਸਰਾ ਆਪਣੇ ਅੰਦਰ ਇਤਿਹਾਦ ਪੈਦਾ ਕਰੋ। ਖਾਮਖਾ ਕਿਸੇ ਦੇ ਹੱਥੇ ਚੜ੍ਹ ਕੇ ਵੀ ਇਹ ਨਮੀ ਹੈ ਇਹਦੇ ਵਿੱਚ, ਇਹ ਜੀ ਇਹ ਗਿੱਲੀ ਆ, ਇਹਦਾ ਮੋਇਸਚਰ ਜਿਹੜਾ ਵਾ ਉਹ ਜ਼ਿਆਦਾ ਵਾ, 11-12 ਦਾ ਮੋਇਸਚਰ ਹੁੰਦਾ ਤੇ ਫਿਰ ਇਹ ਤੁਹਾਨੂੰ ਰੇਟ ਪੂਰਾ ਦਿੰਦੇ। ਸਾਰਾ ਕੁਛ ਹੀ ਠੀਕ ਆ। ਗੰਦਮ ਤੁਹਾਡੀ ਸੋਨੇ ਵਰਗੀ ਆ, ਬਹੁਤ ਪਿਆਰੀ ਫਸਲ ਆ ਸਾਡੀ, ਤੇ ਇਸ ਨੂੰ ਤੁਸੀਂ ਸਸਤੇ ਦਾਮੋਂ ਇਹਨੂੰ ਫਰੋਖਤ ਨਾ ਕਰੋ। ਤੇ ਉਮੀਦ ਕਰਦੇ ਹਾਂ ਕਿ ਅੱਜ ਵਾਲੀ ਵੀਡੀਓ ਦਾ ਮੇਰੇ ਕਿਸਾਨ ਭਾਈਆਂ ਨੂੰ ਪੂਰੀ ਤਰ੍ਹਾਂ ਸਮਝ ਆ ਗਈ ਹੋਊਗੀ। ਨੈਕਸਟ ਵੀਡੀਓ ਤੱਕ ਮੈਂ ਇਜਾਜ਼ਤ ਚਾਹੁੰਦਾ ਜੀ। ਅੱਲਾ ਹਾਫਿਜ਼।